यीशु दी दरी ते चाहिदा है जाना, एहो रब दा है फरमाना, एहो रब दा है फरमाना। यीशु दी दरी ते चाहिदा है जाना, एहो रब दा है फरमाना, एहो रब दा है फरमाना। ओ है कहंदा जाओ पापियो, ओ है कहंदा जाओ पापियो, बाज मेरी ना किसी ने बचाना, एहो रब दा है फरमाना, एहो रब दा है फरमाना। यीशु दे दर ते चाहिदा है जाना, एहो रब दा है फरमाना, एहो रब दा है फरमाना। ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉਤੇ आमीन। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ। ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਮਸੀਹ ਦੇ ਪਿਆਰੇ ਭੈਣਾਂ ਤੇ ਭਰਾਓ, ਅਸੀਂ ਪਾਸਕਾ ਦੇ ਸਮੇਂ ਨੂੰ ਪੂਰਾ ਕਰਨ ਜਾ ਰਹੇ ਹਾਂ, ਯਾਨੀ ਕਿ ਈਸਟਰ ਦੇ ਐਤਵਾਰ ਤੋਂ ਲੈ ਕੇ ਹੁਣ ਤੱਕ ਅਸੀਂ 50 ਦਿਨਾਂ ਦੇ ਪਾਸਕਾ ਦੇ ਤਿਉਹਾਰ ਨੂੰ ਮਨਾ ਰਹੇ ਹਾਂ। ਕੱਲ ਪੈਂਤੇਕੋਸਤ ਦੀ ਈਦ ਹੈ। ਪਾਸਕਾ ਦਾ ਜਿੰਨਾ ਸਮਾਂ ਯਾਨੀ ਕਿ 50 ਦਿਨ ਦਾ ਸਮਾਂ ਸਾਡੇ ਲਈ ਇੱਕ ਅਜਿਹੀ ਤਿਆਰੀ ਦਾ ਸਮਾਂ ਹੈ ਕਿ ਅਸੀਂ ਪ੍ਰਭੂ ਯਿਸੂ ਮਸੀਹ ਦੇ ਜੀ ਉਠਣ ਦੇ ਪੇੜ ਉੱਤੇ ਧਿਆਨ ਲਾਉਂਦੇ ਹੋਏ, ਚਿੰਤਨ ਕਰਦੇ ਹੋਏ ਆਪਣੇ ਆਪ ਨੂੰ ਇਸ ਤਰੀਕੇ ਨਾਲ ਤਿਆਰ ਕਰੀਏ ਕਿ ਅਸੀਂ ਉਸ ਦੇ ਮਿਸ਼ਨ ਕਾਰਜ ਨੂੰ ਅੱਗੇ ਵਧਾ ਸਕੀਏ। ਉਸ ਦੇ ਲਈ ਸਾਨੂੰ ਪਵਿੱਤਰ ਆਤਮਾ ਦੀ ਲੋੜ ਹੈ, ਉਸ ਦੀ ਅਗਵਾਈ ਦੀ ਜ਼ਰੂਰਤ ਹੈ। ਇਸ ਕਰਕੇ ਅੱਜ ਇਸ ਪਾਕ ਬਾਣ ਦੀ ਕੁਰਬਾਨੀ ਵਿੱਚ ਅਸੀਂ ਖਾਸ ਤੌਰ 'ਤੇ ਪਵਿੱਤਰ ਆਤਮਾ ਦੀ ਮੰਗ ਕਰੀਏ ਕਿ ਖੁਦਾ ਸਾਨੂੰ ਇਸ ਦਿੱਤੇ ਗਏ ਮਿਸ਼ਨ ਕਾਰਜ ਨੂੰ ਅੱਗੇ ਵਧਾਉਣ ਲਈ ਮਾਰਗਦਰਸ਼ਨ ਪ੍ਰਦਾਨ ਕਰੇ। ਅਸੀਂ ਵੀ ਆਪਣੇ ਵੱਲੋਂ ਪ੍ਰਭੂ ਦੇ ਇਸ ਆਰੰਭ ਕੀਤੇ ਗਏ ਮਿਸ਼ਨ ਕਾਰਜ ਵਿੱਚ ਆਪਣਾ ਸਹਿਯੋਗ, ਆਪਣਾ ਯੋਗਦਾਨ ਪਾ ਸਕੀਏ। ਆਓ ਅਸੀਂ ਇਸ ਪਾਕ ਬਾਣ ਦੀ ਕੁਰਬਾਨੀ ਨੂੰ ਯੋਗਦਾਨ ਨਾਲ ਮਨਾਉਣ ਲਈ ਆਪਣੇ ਸਾਰੇ ਕੀਤੇ ਗਲਤੀਆਂ ਗੁਨਾਹਾਂ ਨੂੰ ਪ੍ਰਭੂ ਦੀ ਅਲਤਾਰ ਉੱਤੇ ਚੜਾਈਏ। ਸੱਚੇ ਦਿਲ ਨਾਲ ਪਛਤਾਵਾ ਕਰਦੇ ਹੋਏ ਮਾਫੀ ਮੰਗੀਏ ਤੇ ਰਲ ਕੇ ਆਖੀਏ, ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਐ ਪ੍ਰਭੂ ਤੇ ਭੈਣੋ ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ। ਆਪਣੇ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਬਹੁਤ ਵੱਡੇ ਦੋਸ਼ ਦੇ ਨਾਲ। ਇਸ ਲਈ ਮੈਂ ਧੰਨ ਸਦਾ ਕੁਆਰੀ ਮਰੀਅਮ, ਸਾਰਿਆਂ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਐ ਪ੍ਰਭੂ ਤੇ ਭੈਣੋ ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਤੀਵੀ ਜੀਵਨ ਤੱਕ ਪਹੁੰਚਾਵੇ। ਆਮੀਨ। ऐ प्रभु दया कर, ऐ प्रभु दया कर, ऐ मसीहा दया कर, ऐ मसीहा दया कर, ऐ प्रभु दया कर, ऐ प्रभु दया कर। ਅਸੀਂ ਪ੍ਰਾਰਥਨਾ ਕਰੀਏ। ऐ पूरी कुदरत वाले खुदा, ਪਾਸਕਾ ਦੇ ਤਿਉਹਾਰ ਨੂੰ ਮਨਾਏ ਜਾਣ ਵਾਲੇ ਇਹਨਾਂ ਦਿਨਾਂ ਦੇ ਦੌਰਾਨ ਤੂੰ ਸਾਨੂੰ ਬਹੁਤ ਖੁਸ਼ੀਆਂ ਦਿੱਤੀਆਂ ਹਨ। ਬਖਸ਼ ਦੇ ਕਿ ਸਾਡਾ ਸਾਰਾ ਜੀਵਨ ਜੀ ਉਠੇ ਪ੍ਰਭੂ ਯਿਸੂ ਮਸੀਹ ਦਾ ਗਵਾਹ ਬਣਿਆ ਰਹੇ। ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ। ਆਮੀਨ।
ਪ੍ਰਭੂ ਤੁਹਾਡੇ ਦਿਲ ਵਿੱਚ ਅਤੇ ਜ਼ੁਬਾਨ ਤੇ ਹੋਵੇ ਤਾਂ ਯੋਗਤਾ ਨਾਲ ਤੁਸੀਂ ਖੁਦਾ ਦਾ ਵਚਨ ਸੁਣਾ ਸਕੋ। ਬਾਪ ਅਤੇ ਬੇਟੇ ਤੇ ਰੂਹ ਪਾਕ ਦੇ ਨਾਮ ਉੱਤੇ ਆਮੀਨ। ਪਾਠ ਪਹਿਲਾ। ਰਸੂਲਾਂ ਦੀ ਕਰਤੱਵ, ਉਸ ਦਾ 28 ਬਾਬ 16 ਤੋਂ 20, 30 ਤੋਂ 31 ਆਇਤ। ਜਦੋਂ ਅਸੀਂ ਰੋਮ ਦੇ ਵਿੱਚ ਪਹੁੰਚੇ ਤਾਂ ਪੌਲੁਸ ਨੂੰ ਆਪਣੇ ਰਾਖੀ ਕਰਨ ਵਾਲੇ ਸਿਪਾਹੀਆਂ ਦੇ ਨਾਲ ਆਪ ਇਕੱਲੀ ਰਹਿਣ ਲਈ ਇਜਾਜ਼ਤ ਮਿਲ ਗਈ। 3 ਦਿਨਾਂ ਦੇ ਬਾਅਦ ਪੌਲੁਸ ਨੇ ਉੱਥੋਂ ਦੇ ਪ੍ਰਮੁੱਖ ਯਹੂਦੀਆਂ ਨੂੰ ਆਪਣੇ ਕੋਲ ਬੁਲਾਇਆ। ਜਦੋਂ ਉਹ ਇਕੱਠੇ ਹੋ ਗਏ ਤਾਂ ਉਸਨੇ ਉਹਨਾਂ ਨੂੰ ਕਿਹਾ, ਭਰਾਓ, ਮੈਂ ਨਾ ਤਾਂ ਆਪਣੀ ਕੌਮ ਦੇ ਵਿਰੁੱਧ ਕੁਝ ਕੀਤਾ ਅਤੇ ਨਾ ਸਾਡੇ ਪੁਰਖਿਆਂ ਦੇ ਰੀਤੀ ਰਿਵਾਜ਼ਾਂ ਦੇ ਵਿਰੁੱਧ। ਫਿਰ ਵੀ ਯਰੂਸ਼ਲਮ ਦੇ ਵਿੱਚ ਮੈਨੂੰ ਗ੍ਰਿਫਤਾਰ ਕਰਕੇ ਕੈਦੀ ਬਣਾਇਆ ਗਿਆ ਅਤੇ ਰੋਮੀਆਂ ਦੇ ਹਵਾਲੇ ਕੀਤਾ ਗਿਆ। ਪਰ ਜਦੋਂ ਉਹਨਾਂ ਮੇਰੀ ਜਾਂਚ ਪੜਤਾਲ ਕਰ ਲਈ ਤਾਂ ਉਹ ਮੈਨੂੰ ਰਿਹਾ ਕਰਨਾ ਚਾਹੁੰਦੇ ਸਨ, ਕਿਉਂਕਿ ਮੈਂ ਮੌਤ ਦੀ ਸਜ਼ਾ ਦੇ ਯੋਗ ਕੋਈ ਕੰਮ ਨਹੀਂ ਸੀ ਕੀਤਾ। ਫਿਰ ਜਦੋਂ ਯਹੂਦੀਆਂ ਨੇ ਇਸ ਉੱਤੇ ਇਤਰਾਜ਼ ਕੀਤਾ ਤਾਂ ਮੈਨੂੰ ਮਜਬੂਰ ਹੋ ਕੇ ਕੈਸਰ ਦੇ ਅੱਗੇ ਅਪੀਲ ਕਰਨੀ ਪਈ। ਭਾਵੇਂ ਮੇਰੇ ਭਲੇ ਆਪਣੀ ਕੌਮ ਉੱਤੇ ਦੋਸ਼ ਲਾਉਣ ਲਈ ਕੁਝ ਵੀ ਨਹੀਂ ਹੈ, ਇਸ ਲਈ ਮੈਂ ਤੁਹਾਨੂੰ ਮਿਲਣ ਲਈ ਅਤੇ ਤੁਹਾਡੇ ਨਾਲ ਗੱਲਬਾਤ ਕਰਨ ਲਈ ਇੱਥੇ ਸੱਦਿਆ ਹੈ, ਕਿਉਂਕਿ ਇਜ਼ਰਾਈਲ ਦੀ ਆਸ ਦੇ ਕਾਰਨ ਹੀ ਮੈਂ ਇਹਨਾਂ ਬੇੜੀਆਂ ਦੇ ਨਾਲ ਬੰਨ੍ਹਿਆ ਹੋਇਆ ਹਾਂ। ਪੌਲੁਸ ਪੂਰੇ 2 ਸਾਲ ਤੱਕ ਆਪਣੇ ਹੀ ਖਰਚੇ 'ਤੇ ਉੱਥੇ ਰਿਹਾ ਅਤੇ ਮਿਲਣ ਆਉਣ ਵਾਲੇ ਸਾਰਿਆਂ ਦਾ ਸਵਾਗਤ ਕਰਦਾ ਰਿਹਾ ਅਤੇ ਖੁੱਲ੍ਹੇਆਮ ਬਿਨਾਂ ਕਿਸੇ ਰੁਕਾਵਟ ਦੇ ਖੁਦਾ ਦੇ ਰਾਜ ਦਾ ਪ੍ਰਚਾਰ ਦਲੇਰੀ ਦੇ ਨਾਲ ਕਰਦਾ ਰਿਹਾ ਅਤੇ ਪ੍ਰਭੂ ਯਿਸੂ ਮਸੀਹ ਬਾਰੇ ਸਿਖਾਉਂਦਾ ਰਿਹਾ। ਆਮੀਨ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। सारी बदकारी रखी है सारी अपने तुझे खुदा। सारी बदकारी रखी है सारी अपने तुझे खुदा। तेरा ही चेहरा रोशन है जेड़ा जांदा सब छुपे गुनाह। तेरा ही चेहरा रोशन है जेड़ा जांदा सब छुपे गुनाह। 70 बरे भी 80 बरे भी आखिर नु फिर भी बना। 70 बरे भी 80 बरे भी आखिर नु फिर भी बना। सारी बदकारी रखी है सारी अपने तुझे खुदा। अपने तुझे खुदा। अपने तुझे खुदा। सारी सृष्टि के मालिक तुम ही हो। सारी सृष्टि के रक्षक तुम ही हो।
ਪ੍ਰਭੂ ਤੁਹਾਡੇ ਨਾਲ ਹੋਵੇ। ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਦਾ ਸੰਤ ਯਹੰਨਾ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਉਸ ਦਾ 21 ਅਧਿਆਇ 20 ਤੋਂ 25 ਆਇਤ। ਪਤਰਸ ਨੇ ਮੁੜ ਕੇ ਉਸ ਚੇਲੇ ਨੂੰ ਉਹਨਾਂ ਦੇ ਪਿੱਛੇ ਪਿੱਛੇ ਆਉਂਦਿਆਂ ਵੇਖਿਆ ਜਿਸ ਨੂੰ ਯਿਸੂ ਪਿਆਰ ਕਰਦਾ ਸੀ ਅਤੇ ਜਿਸ ਨੇ ਰਾਤ ਦੇ ਭੋਜ ਦੇ ਸਮੇਂ ਯਿਸੂ ਵੱਲ ਝੁਕ ਕੇ ਬੈਠਦਿਆਂ ਪੁੱਛਿਆ ਸੀ, ਪ੍ਰਭੂ ਉਹ ਕੌਣ ਹੈ ਜੋ ਤੁਹਾਡੇ ਨਾਲ ਵਿਸ਼ਵਾਸਘਾਤ ਕਰਨ ਵਾਲਾ ਹੈ? ਪਤਰਸ ਨੇ ਉਸ ਨੂੰ ਵੇਖ ਕੇ ਯਿਸੂ ਨੂੰ ਕਿਹਾ, ਪ੍ਰਭੂ ਇਸ ਦਾ ਕੀ ਹੋਵੇਗਾ? ਯਿਸੂ ਨੇ ਉਸ ਨੂੰ ਕਿਹਾ, ਜੇਕਰ ਮੇਰੇ ਮਨ ਭਾਵੇ ਕਿ ਇਹ ਮੇਰੇ ਆਉਣ ਤੱਕ ਰਹੇ ਤਾਂ ਇਸ ਨਾਲ ਤੈਨੂੰ ਕੀ, ਤੂੰ ਮੇਰੇ ਪਿੱਛੇ ਚੱਲ। ਇਹ ਗੱਲ ਸਭ ਭਰਾਵਾਂ ਵਿੱਚ ਫੈਲ ਗਈ ਕਿ ਇਹ ਚੇਲਾ ਕਦੀ ਨਹੀਂ ਮਰੇਗਾ। ਹਾਲਾਂਕਿ ਯਿਸੂ ਨੇ ਇਹ ਨਹੀਂ ਕਿਹਾ ਸੀ ਕਿ ਉਹ ਕਦੀ ਨਹੀਂ ਮਰੇਗਾ, ਸਗੋਂ ਇਹ ਕਿ ਜੇਕਰ ਮੇਰੇ ਮਨ ਭਾਵੇ ਕਿ ਇਹ ਮੇਰੇ ਆਉਣ ਤੱਕ ਰਹੇ ਤਾਂ ਇਸ ਨਾਲ ਤੈਨੂੰ ਕੀ। ਇਹ ਉਹ ਚੇਲਾ ਹੈ ਜੋ ਇਹਨਾਂ ਗੱਲਾਂ ਦੀ ਗਵਾਹੀ ਦਿੰਦਾ ਹੈ ਅਤੇ ਜਿਸ ਨੇ ਇਹ ਗੱਲਾਂ ਲਿਖੀਆਂ ਹਨ ਅਤੇ ਅਸੀਂ ਜਾਣਦੇ ਹਾਂ ਕਿ ਉਸ ਦੀ ਗਵਾਹੀ ਸੱਚੀ ਹੈ। ਪਰੰਤੂ ਹੋਰ ਵੀ ਬਹੁਤ ਸਾਰੇ ਕੰਮ ਜੋ ਯਿਸੂ ਨੇ ਕੀਤੇ, ਜੇਕਰ ਉਹ ਸਾਰੇ ਇੱਕ ਇੱਕ ਕਰਕੇ ਲਿਖੇ ਜਾਂਦੇ ਤਾਂ ਮੈਂ ਸਮਝਦਾ ਹਾਂ ਕਿ ਕਿਤਾਬਾਂ ਜਿਹੜੀਆਂ ਲਿਖੀਆਂ ਜਾਂਦੀਆਂ ਉਹਨਾਂ ਨੂੰ ਸਾਰਾ ਸੰਸਾਰ ਵੀ ਸਮਾ ਨਾ ਸਕਦਾ। ਪ੍ਰਭੂ ਦੀ ਪਾਕ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਮਸੀਹ ਪਿਆਰੇ ਭੈਣੋ ਤੇ ਭਰਾਓ, ਅਸੀਂ ਵੇਖਦੇ ਹਾਂ ਪ੍ਰਭੂ ਦੇ ਇਹਨਾਂ ਵਚਨਾਂ ਦੇ ਰਾਹੀਂ ਕਿ ਪ੍ਰਭੂ ਚਾਹੁੰਦਾ ਹੈ ਕਿ ਤੁਸੀਂ ਦੂਜਿਆਂ ਬਾਰੇ ਚਿੰਤਾ ਨਾ ਕਰੋ, ਆਪਣੇ ਆਪ ਦੇ ਬਾਰੇ ਸੋਚੋ। ਖੁਦਾ ਦੀ ਮਰਜ਼ੀ ਤੁਹਾਡੇ ਆਪਣੇ ਆਪ ਦੇ ਲਈ ਕੀ ਹੈ, ਇਸ ਉੱਤੇ ਧਿਆਨ ਦਿਓ। ਹਰ ਇੱਕ ਲਈ ਖੁਦਾ ਨੇ ਕੋਈ ਨਾ ਕੋਈ ਵੱਖਰੀ ਯੋਜਨਾ ਬਣਾ ਕੇ ਰੱਖੀ ਹੋਈ ਹੈ। ਪ੍ਰਭੂ ਤੁਹਾਨੂੰ ਆਪਣੇ ਵੱਖ-ਵੱਖ ਕੰਮਾਂ ਲਈ ਇਸਤੇਮਾਲ ਕਰਨਾ ਚਾਹੁੰਦਾ ਹੈ। ਇਸ ਕਰਕੇ ਪ੍ਰਭੂ ਸਾਰੇ ਲੋਕਾਂ ਨੂੰ ਇੱਕੋ ਜਿਹਾ ਵਰਦਾਨ ਨਹੀਂ ਬਖਸ਼ਦਾ। ਵਚਨ ਵਿੱਚ ਅਸੀਂ ਪੜ੍ਹਦੇ ਹਾਂ ਕਿ ਪ੍ਰਭੂ ਕਿਸੇ ਨੂੰ ਭਵਿੱਖਬਾਣੀਆਂ ਕਰਨ ਦਾ, ਕਿਸੇ ਨੂੰ ਪ੍ਰਚਾਰ ਕਰਨ ਦਾ, ਕਿਸੇ ਨੂੰ ਚੰਗਾ ਕਰਨ ਦਾ, ਇੱਦਾਂ ਬਹੁਤ ਸਾਰੇ ਵੱਖ-ਵੱਖ ਵਰਦਾਨ ਵੱਖ-ਵੱਖ ਲੋਕਾਂ ਨੂੰ ਪ੍ਰਦਾਨ ਕਰਦਾ ਹੈ ਤਾਂ ਜੋ ਇਹ ਸਾਰੀਆਂ ਚੀਜ਼ਾਂ, ਸਾਰੇ ਵਰਦਾਨ, ਸਾਰੇ ਕੰਮ ਸਮੁੱਚੀ ਮਨੁੱਖਤਾ ਦੀ ਭਲਾਈ ਦੇ ਲਈ ਹੋਵੇ। ਪ੍ਰਭੂ ਚਾਹੁੰਦਾ ਹੈ ਕਿ ਜੋ ਸਾਡੇ ਹਿੱਸੇ ਵਿੱਚ ਆਇਆ ਹੈ, ਯਾਨੀ ਕਿ ਪ੍ਰਭੂ ਦੀ ਜੋ ਮਰਜ਼ੀ ਤੁਹਾਡੇ ਜੀਵਨ ਦੇ ਲਈ ਹੈ, ਉਸ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰਨੀ ਹੈ। ਅਸੀਂ ਵੇਖਦੇ ਹਾਂ ਕਿ ਚੇਲਿਆਂ ਦੇ ਕਰਤੱਵ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਹੈ, ਪਵਿੱਤਰ ਆਤਮਾ ਬਾਕੀ ਚੇਲਿਆਂ ਨੂੰ ਕਹਿੰਦਾ ਹੈ ਕਿ ਪੌਲੁਸ ਅਤੇ ਬਰਨਬਾਸ ਨੂੰ ਮੇਰੇ ਲਈ ਅਲੱਗ ਕਰ ਦਿਓ, ਕਿਉਂਕਿ ਉਹਨਾਂ ਨੂੰ ਮੈਂ ਯਹੂਦੀਆਂ ਵਿੱਚ ਪ੍ਰਚਾਰ ਕਰਨ ਲਈ ਨਹੀਂ ਘੱਲਣਾ, ਸਗੋਂ ਉਹਨਾਂ ਨੂੰ ਗੈਰ ਯਹੂਦੀਆਂ ਦੇ ਵਿੱਚ ਘੱਲਣਾ ਹੈ ਤਾਂ ਜੋ ਬਾਕੀ ਲੋਕ ਵੀ ਇਸ ਮਿਸ਼ਨ ਦੇ ਵਿੱਚ ਸਹਿਯੋਗੀ ਬਣ ਸਕਣ, ਇਹਦੇ ਵਿੱਚ ਸ਼ਾਮਲ ਹੋ ਸਕਣ, ਉਹਨਾਂ ਨੂੰ ਵੀ ਮੁਕਤੀ ਪ੍ਰਾਪਤ ਹੋਵੇ। ਇਸੇ ਤਰੀਕੇ ਨਾਲ ਆਪਾਂ ਸੋਚਣਾ ਹੈ ਕਿ ਮੇਰੇ ਜੀਵਨ ਵਿੱਚ ਪ੍ਰਭੂ ਦੀ ਮਰਜ਼ੀ ਕੀ ਹੈ, ਮੈਂ ਕਿਸ ਤਰ੍ਹਾਂ ਪ੍ਰਭੂ ਦੀ ਕਲੀਸਿਆ ਵਿੱਚ ਸਹਿਯੋਗ ਦੇ ਸਕਦਾ, ਮੈਂ ਕਿਸ ਤਰ੍ਹਾਂ ਉਹਦੇ ਕੰਮਾਂ ਵਿੱਚ ਕੋਈ ਯੋਗਦਾਨ ਪਾ ਸਕਦਾ ਹਾਂ, ਮੈਂ ਕਿਸ ਤਰ੍ਹਾਂ ਸੇਵਾ ਦੇ ਕੰਮਾਂ ਵਿੱਚ ਅੱਗੇ ਵਧ ਸਕਦਾ ਹਾਂ। ਇਹ ਸਾਰੀਆਂ ਵਿਅਕਤੀਗਤ ਗੱਲਾਂ ਹਨ। ਕਿਸੇ ਦੂਜੇ ਬੰਦੇ ਨੂੰ ਦੇਖ ਕੇ ਜਾਂ ਹੋਰ ਲੋਕਾਂ ਨੂੰ ਦੇਖ ਕੇ ਜੇਕਰ ਅਸੀਂ ਕੋਈ ਕੰਮ ਕਰਦੇ ਹਾਂ ਤਾਂ ਇਹਦਾ ਮਤਲਬ ਅਸੀਂ ਉਹਨਾਂ ਦੀ ਨਕਲ ਕਰਦੇ ਹਾਂ। ਆਪਣੇ ਆਪ ਵੱਲ ਧਿਆਨ ਦੇਣਾ ਆ ਅਤੇ ਖੁਦਾ ਅੱਗੇ ਮੰਗ ਕਰਨੀ ਆ ਕਿ ਪ੍ਰਭੂ ਤੁਹਾਡੀ ਅਗਵਾਈ ਕਰੇ। ਆਪਣੇ ਆਪ ਖੁਦਾ ਦਾ ਆਤਮਾ ਤੁਹਾਨੂੰ ਉਹ ਰਾਹ ਦਿਖਾਵੇਗਾ ਜਿਸ ਲਈ ਉਸਨੇ ਤੁਹਾਨੂੰ ਚੁਣਿਆ ਹੈ, ਕਿਉਂਕਿ ਹਰ ਇੱਕ ਇਨਸਾਨ ਦੇ ਰਾਹੀਂ ਉਹ ਆਪਣੀ ਯੋਜਨਾ ਨੂੰ ਪ੍ਰਗਟ ਕਰਨਾ ਚਾਹੁੰਦਾ ਹੈ ਅਤੇ ਉਸ ਦੇ ਰਾਹੀਂ ਉਹ ਆਪਣੇ ਬਾਕੀ ਲੋਕਾਂ ਨੂੰ ਬਚਾਉਣਾ ਚਾਹੁੰਦਾ ਹੈ, ਬਰਕਤਾਂ ਪ੍ਰਦਾਨ ਕਰਨਾ ਚਾਹੁੰਦਾ ਹੈ। ਆਓ ਅਸੀਂ ਇਸ ਫਜ਼ਲ ਲਈ ਪ੍ਰਾਰਥਨਾ ਕਰੀਏ।
ਸਰਵਸ਼ਕਤੀਮਾਨ ਪਿਤਾ ਪਰਮੇਸ਼ਰ, ਅਸੀਂ ਤੁਹਾਡੀ ਮਹਿਮਾ ਤੇ ਵਿਦਾਈ ਕਰਦੇ ਹਾਂ ਇਸ ਨਵੇਂ ਦਿਨ ਦੇ ਲਈ ਜੋ ਸਾਡੇ ਜੀਵਨ ਵਿੱਚ ਜੋੜਿਆ ਹੈ ਪਿਤਾ ਪਰਮੇਸ਼ਰ, ਆਪਣੀ ਮਰਜ਼ੀ ਨੂੰ ਸਾਡੇ ਉੱਤੇ ਪ੍ਰਗਟ ਕਰੋ ਅਤੇ ਉਸ ਅਨੁਸਾਰ ਚੱਲਣ ਲਈ ਅਤੇ ਉਸ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨ ਲਈ ਸਾਨੂੰ ਮਦਦ ਪ੍ਰਦਾਨ ਕਰੋ। ਅਸੀਂ ਇਹ ਮੰਗਦੇ ਹਾਂ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਵਸੀਲੇ, ਆਮੀਨ। ਭਰਾਓ ਤੇ ਭੈਣੋ, ਪ੍ਰਾਰਥਨਾ ਕਰੋ ਕਿ ਮੇਰੇ ਤੇ ਤੁਹਾਡੀ ਇਹ ਕੁਰਬਾਨੀ ਪੂਰੀ ਕੁਦਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਦੀ ਉਸਤਤ ਤੇ ਵਡਿਆਈ ਲਈ ਅਤੇ ਸਾਡੇ ਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਐ ਪ੍ਰਭੂ, ਆਪਣੇ ਰੂਹ ਪਾਕ ਨੂੰ ਭੇਜ ਕੇ ਸਾਡੇ ਦਿਲਾਂ ਨੂੰ ਤਿਆਰ ਕਰ ਤਾਂ ਜੋ ਅਸੀਂ ਲਾਇਕ ਢੰਗ ਨਾਲ ਇਹਨਾਂ ਪਾਕ ਭੇਦਾਂ ਨੂੰ ਮਨਾ ਸਕੀਏ, ਕਿਉਂ ਜੋ ਰੂਹ ਪਾਕ ਆਪ ਸਾਡੇ ਲਈ ਸਾਰੇ ਗੁਨਾਹਾਂ ਦੀ ਰਿਹਾਈ ਹੈ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ, ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਐ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਆਪਣੇ ਜੀ ਉੱਠੇ ਸਰੀਰ ਵਿੱਚ ਮਸੀਹ ਆਪਣੇ ਚੇਲਿਆਂ ਨੂੰ ਖੁੱਲ੍ਹੇਆਮ ਦਰਸ਼ਨ ਦਿੰਦਾ ਰਿਹਾ ਅਤੇ ਉਹਨਾਂ ਦੀਆਂ ਨਜ਼ਰਾਂ ਦੇ ਸਾਹਮਣੇ ਸਵਰਗ ਵਿੱਚ ਚੜ੍ਹ ਗਿਆ ਤਾਂ ਜੋ ਉਹ ਸਾਨੂੰ ਆਪਣੇ ਖੁਦਾਈ ਜੀਵਨ ਦੇ ਹਿੱਸੇਦਾਰ ਹੋਣ ਦਾ ਮਾਣ ਬਖਸ਼ੇ। ਇਸ ਲਈ ਅਸੀਂ ਆਪਣੀ ਖੁਸ਼ੀ ਵਿੱਚ ਫਰਿਸ਼ਤਿਆਂ ਦੇ ਸੰਗੀਤੀ ਲਸ਼ਕਰਾਂ ਨਾਲ ਮਿਲ ਕੇ ਤੇਰੀ ਮਹਿਮਾ ਗੀਤ ਗਾਉਂਦੇ ਹੋਏ ਇਹ ਐਲਾਨ ਕਰਦੇ ਹਾਂ, ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ। ਉਚਾਈਆਂ ਵਿੱਚ ਹੋਸਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਮ ਤੇ ਆਉਂਦਾ ਹੈ। ਉਚਾਈਆਂ ਵਿੱਚ ਹੋਸਨਾ। ਐ ਪ੍ਰਭੂ ਤੂੰ ਸੱਚਮੁੱਚ ਪਵਿੱਤਰ ਹੈ ਅਤੇ ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ ਉਸੇ ਤਰ੍ਹਾਂ ਤੂੰ ਆਪਣੇ ਰੂਹ ਪਾਕ ਨੂੰ ਭੇਜ ਕੇ ਇਹਨਾਂ ਨਜ਼ਰਾਨਿਆਂ ਨੂੰ ਪਵਿੱਤਰ ਕਰ ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਆਂ ਲਈ ਸੌਂਪਦੇ ਹੋਏ ਰੋਟੀ ਲਈ ਧੰਨਵਾਦ ਕਰਦਿਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਖਾਵੋ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ
ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ। ਇੱਕ ਵਾਰ ਫਿਰ ਤੇਰਾ ਧੰਨਵਾਦ ਕਰਦਿਆਂ ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਥਿਰ ਨੇਮ ਦਾ ਲਹੂ, ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ईमान दा भेद। ऐ प्रभु, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉਠਣ ਦੀ ਬਰਾਬਰੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। ਐ ਪ੍ਰਭੂ, ਅਸੀਂ ਯਿਸੂ ਦੀ ਮੌਤ ਅਤੇ ਉਹਦੇ ਜੀ ਉਠਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਤੈਨੂੰ ਇਹ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚਲਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂ ਜੋ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਵਿੱਚ ਬੱਝੇ ਰਹੀਏ। ਐ ਪ੍ਰਭੂ, ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੀ ਕਲੀਸਿਆ ਨੂੰ ਯਾਦ ਕਰ ਅਤੇ ਉਸ ਨੂੰ ਸਾਡੇ ਸੰਤ ਪਾਪਾ ਫ੍ਰਾਂਸਿਸ, ਸਾਡੇ ਬਿਸ਼ਪ ਫ੍ਰੈਂਕੋ ਦੇ ਗਨੈਲੋ, ਸਾਰੇ ਪ੍ਰੋਫਤਾਂ, ਧਾਰਮਿਕ ਸਿਸਟਰਾਂ ਤੇ ਸਭ ਵਿਸ਼ਵਾਸੀ ਲੋਕਾਂ ਨਾਲ ਪਿਆਰ ਦੀ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਭੈਣਾਂ ਭਰਾਵਾਂ ਨੂੰ ਵੀ ਯਾਦ ਕਰ ਜਿਹੜੇ ਜੀਵਨ ਦੀ ਉਮੀਦ ਨਾਲ ਸੌਂ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇ ਰਹਿਮ ਵਿੱਚ ਮਰ ਗਏ ਹਨ, ਇਹਨਾਂ ਦਾ ਤੂੰ ਆਪਣੀ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ। ਐ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਉੱਤੇ ਦਇਆ ਕਰ ਤਾਂ ਜੋ ਮੁਕੱਦਸ ਕੁਆਰੀ ਮਰੀਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਆਰੀ ਦੇ ਮੁਬਾਰਕ ਵਸਨ ਯੂਸਫ ਦੇ ਨਾਲ, ਤਾਂ ਰਸੂਲਾਂ, ਸੰਤ ਪਤਰਸ, ਯਹੰਨਾ ਅਤੇ ਤੇਰੇ ਸਾਰੇ ਸੰਤਾਂ ਨਾਲ ਜਿਨ੍ਹਾਂ ਨੇ ਸਾਰੇ ਯੁੱਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਸਤੀਵੀ ਜੀਵਨ ਦੇ ਵਾਰਿਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸਦੇ ਰਾਹੀਂ ਤੇ ਉਸਦੇ ਨਾਲ ਤੇ ਉਸਦੇ ਵਿੱਚ ਐ ਖੁਦਾ ਪੂਰੀ ਕੁਦਰਤ ਵਾਲੇ ਬਾਪ ਰੂਹ ਪਾਕ ਦੀ ਏਕਤਾ ਵਿੱਚ ਸਭ ਦਲਾਲ ਅਤੇ ਵਡਿਆਈ ਤੇਰੀ ਹੀ ਹੈ, ਸਦਾ ਤੋਂ ਸਦਾ ਤੱਕ। ਆਮੀਨ। आओ श्री खुदा दा राज साडे विच आउण लई प्रार्थना दोहराइए जो प्रभु यीशु मसीह ने सानू सिखाई है। ऐ साडे बाप जिहड़ा तू आसमान उत्ते है, तेरा नाम पाक मनिया जावे, तेरा राज आवे, तेरी मर्जी जिस तरह आसमान उत्ते पूरी हुंदी है जमीन उत्ते भी होवे। साडे रोज़ दी रोटी अज सानू दे, साडे कसूर सानू माफ कर जिस तरह असीं अपने कसूरवारां नू माफ करदे हां। सानू अजमाइश विच ना पा, सगों बुराई तो बचा। ऐ प्रभु से प्रार्थना करदी हां, सब बुराइयां तो सन बचा। अपने रहम नाल साडे दिनां विच शांति दे तां जो तेरी दया दी मदद नाल असीं हमेशा गुनाहां तो मुक्त रहिए अते हर मुसीबत तो सुरक्षित रहिए। जिवें मुबारक उम्मीद रखदे होए असीं यीशु मसीह साडे मुक्तिदाते दे आउण दी उਡੀਕ करदे हां
क्यों जो राज कुदरत ते जलाल युग युग तेरा ही है। हे प्रभु यीशु मसीह तो अपने रसूलां नूं आख्या मैं तुहानूं शांति दिंदा हां, अपनी शांति मैं तुहानूं प्रदान करदा हां। जो साडे गुनाहां नूं नहीं सगों अपनी कलीसिया दे ईमान नूं वेख अते उस नूं अपनी मर्जी मुताबक शांति अते एकता प्रदान कर। तुझे जिंदा ते राज करदा है सदा तो सदा तिकर। आमीन। प्रभु दी शांति सदा तुहाडे नाल होवे ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਅਸੀਂ ਆਪੋ ਵਿੱਚ शांति ਦਾ ਸਲਾਮ ਦਈਏ। ऐ लीली खुदा दी तू जिहड़ा दुनिया दे गुनाह चुक लैंदा है साडे उत्ते दया कर। ऐ लीली खुदा दी तू जिहड़ा दुनिया दे गुनाह चुक लैंदा है साडे उत्ते दया कर। ऐ लीली खुदा दी तू जिहड़ा दुनिया दे गुनाह चुक लैंदा है सानू शांति दे। ਵੇਖੋ ਖੁਦਾ ਦਾ ਲੀਲਾ ਪ੍ਰਭੂ ਯਿਸੂ ਮਸੀਹ, ਇਹਨੂੰ ਵੇਖੋ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈ ਜਾਂਦਾ ਹੈ। ਧੰਨ ਹਨ ਉਹ ਜਿਹੜੇ ਲੇਲੇ ਦੇ ਭੋਜ ਲਈ ਸੱਦੇ ਗਏ ਹਨ। ऐ प्रभु मैं इस योग्य नहीं हाँ कि तू मेरी शर्त तले आवे, पर एक ही शब्द आख तां मेरी रूह चंगी हो जावेगी। ਅਸੀਂ ਪ੍ਰਾਰਥਨਾ ਕਰੀਏ। ਹੈ ਪ੍ਰਭੂ ਸਾਡੇ ਉਤੇ ਤਰਸ ਖਾ ਕੇ ਸਾਡੀਆਂ ਦੁਆਵਾਂ ਸੁਣ ਤੇ ਕਬੂਲ ਕਰ। ਤੂੰ ਪੁਰਾਣੇ ਨੇਮ ਤੋਂ ਨਵੇਂ ਨੇਮ ਵਿੱਚ ਆਪਣੇ ਲੋਕਾਂ ਦੀ ਅਗਵਾਈ ਕੀਤੀ ਹੈ। ਬਖਸ਼ ਦੇ ਕਿ ਗੁਨਾਹ ਦੀ ਬਰਬਾਦੀ ਦੇ ਰਾਹ ਤੋਂ ਛੁਡਾਏ ਹੋਏ ਅਸੀਂ ਤੇਰੇ ਰੂਹ ਵਿੱਚ ਪੂਰੀ ਤਰ੍ਹਾਂ ਨਵੇਂ ਕੀਤੇ ਜਾਈਏ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ आमीन।
प्रभु तुहाडे नाल होवे अति तुहाडी रूह नाल भी होवे। सब शक्तिमान खुदा बाप अते बेटा ते रूह पाक तुहानू सब नू बरकत देवे। आमीन। शांति विच जावो। हालेलुया हालेलुया। खुदा दा शुक्र होवे। हालेलुया हालेलुया। दुआ याद कर। याद कर ऐ निहायत मेहरबान कुआरी मरियम, भई कदे नहीं सुनिया गया कि कोई भी तेरी पनाह लभदियां, तेरी मदद चाहुंदियां, तेरी सिफारिश मंगदियां ते तू खाली गया होवे। ऐ कुआरी कुआरियां दी अते मेरी मां, इस तसल्ली नाल मैं तेरे को नस के आउंदा हां अते तेरे अगे खलो के मैं गुनाही रोंदा हां। ऐ दे तारे हुए कलाम दी मां, तू मेरी आजा नू अखीर ना जान, सगों मेहरबानी नाल सुन अते कबूल कर। आमीन। मां मरियम शांति दी राणी साडी लई दुआ कर। चोलियां पर के मैं आस बधी लाई मां, मैं आस बधी लाई मां, मैं आस बधी लाई मां, मैं आस बधी लाई मां। दुनिया दिया सारिया छावा तो तेरे नाम दी शान अरिए। दुनिया दिया सारिया छावा तो तेरे नाम दी शान अरिए। तायों नामो चो मां निकले जद बड़े मुसीबत पारिए। तायों जद बड़े मुसीबत एक तेरे बाजों कौन भला मेरे दिल दी सुनी कहानी। एक तेरे बाजों कौन भला मेरे दिल दी सुनी कहानी। मां तो सचमुच रानी बरकत चोलियां पर के मैं आस बधेरी लाई मां, मैं आस बधेरी लाई मां, मैं आस बधेरी लाई मां, मैं आस बधेरी